वड्याई। हर धन निरपा सदा सदा अस्थिर है साचा। एहो हर धन अग्नि तस करै पानी है। जमदूत किसे का गवाया ना जाए। हर धन को उचका एड़ न आवई। जम जा गाती डंड ना लगाई। साकती पाप कर गै विख्या धन संचया। तिना एक विख नाल ना जाए। हलत विच साकत दुहेले भए। हथों छुड़क गया अगे पलत। साकत हर दरगै ढोई ना पाई। इस हर धन का साहो हर आप है संत। जिसनो दे सो हर धन लद चलाई। इस हर धन्य का टोटा कदे ना आवई। जन नानक को गुर सोची पाई। इस हर धन्य का टोटा कदे ना आवई। जन नानक को गुर सोची पाई। वाहिगुरु जी का खालसा वाहिगुरु जी की फतेह। गुरु रूप साध संगत जी सतगुरां की अपार रहमत कृपा द्वारा दीवाना की रखता हुई है। सतगुरां ने रहमता भरिया हुक्मनामा बख्शिश किया। अज वो संगत की विचार है कि पहला श्री जपजी साहिब जी की बाणी के जाप उपरंत चौपाई साहिब जी की बाणी के जाप गुर मंत्र मूल मंत्र के जाप उपरंत श्री जपजी साहिब जी की जो व्याख्या चल रही है होगी। सारिया संगत भाई इतने बाणियां पोथियां लै लवो। पहला श्री जपजी साहिब जी की बाणी की हाजरी लगानी है। वाहिगुरु 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 वाहिगुरु। एक ओंकार सतनाम करता पुरख निर्भय निर्वैर अकाल मूरत अजूनी सरब्रह्म गुर प्रसाद। जप आद सच जुगाद सच है भी सच नानक होसी भी सच। सोचै सोच न होवै सोची लख बार। चुपै चुप न होवै जे लाए न निवतार। भुखिया भुख न उतरी जे बन्ना पुरिया पार। सहस सियाणपा लख होहे नाइक न चलै नाल। इस जियारा होई है गुर टुटै पाल। एक मर जाई चलना नानक लीला नाल। हुक्मी होवण आकार हुक्म न केहा जाई। हुक्मी होवण जीव हुक्मी उत्तम नीच। हुक्म लिख दुख सुख पाइयै इतना हुक्मी बख्शीस। हुक्मी सदा पाइयै
ਹੁਕਮ ਅੰਦਰ ਸਭ ਕੋ ਨਾਨਕ ਨਾ ਹੋਏ ਨਾਨਕ ਹੁਕਮ ਜੇ ਬੁੱਝੈ ਹੋਵੇ ਕਰੇ ਨਾ ਹੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਆਵੇ ਕੋ ਦਾਤਣ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਆਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਆਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੈ ਦਿਸੈ ਦੂਰ ਆਵੇ ਕੋ ਵੇਖੇ ਹਾਦਰਾ ਦੂਰ ਕਥਨਾ ਕਥੀ ਨ ਆਵੇ ਟੋਟ ਕਤ ਕਤ ਕਤੀ ਕੋਟੀ ਕੋਟ ਕੋਟ ਕਹਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਦਰ ਖਾਹੀ ਖਾਏ ਹੁਕਮੇ ਹੁਕਮ ਚਲਾਏ ਰਾਮ ਨਾਨਕ ਵਿਖਸੈ ਵੇ ਪਰਵਾਓ ਸਾਚਾ ਸਾਹਿਬ ਸਾਜਨਾਏ ਆਗਿਆ ਪਾਓ ਪਾਰ ਆਖੇ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣਦੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਧਰਮੀ ਆਵੇ ਕੱਪੜਾ ਨਗਰੀ ਕੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਸਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਹੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਆਵੀਐ ਕੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਾਰਾ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਤਨ ਨ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਚੇਤੇ ਪਾਵਾ ਵਿਣ ਭਾਣੇ ਕੇ ਨਾਏ ਕਰੀ ਚੇਤੀ ਸਿਰ ਪਾਈ ਵੇਖਾਂ ਵਿਣ ਕਰਮਾ ਕੈ ਮਿਲੈ ਲਈ ਮਤ ਵਿੱਚ ਰੰਗਨ ਜਵਾਹਰ ਮਾਣਿਕ ਏਕ ਗੁਰ ਕੀ ਸਿੱਖ ਸੁਣੀ ਬੁਰਾਈ ਕਰੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋਪੈ ਕਿਸਨ ਨ ਜਾਈ ਜੇ ਜੁਗ ਚਾਰੇ ਆਰ ਜਾਓ ਹੋਰ ਦਸੁਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨਾਉ ਰਖਾਏ ਕੈ ਕੀਰਤ ਜਗ ਵੇ ਜੇ ਤਿਸ ਨਦਰ ਨਾ ਆਵਾਈ ਬਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆਗੂ ਦੇ ਏਹਾ ਕੋਇ ਨਾ ਸੁਚਾਈ ਜੇ ਕਿਸ ਗੁਣ ਕੋਏ ਕਰੇ ਸੁਣਿਐ ਸਿੱਧ ਪੀਰ ਸੁਰਨਾਥ ਸੁਣੇ ਧਰਮ ਤਵਲ ਆਕਾਸ ਸੁਣਿਐ ਦੀਪ ਲੋ ਪਾਤਾਲ ਸੁਣੇ ਕੋਏ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣਿਐ ਈਸਰ ਬਰਮਾ ਇੰਦ ਸੁਣੇ ਮੁਖ ਸਾਲਾਹਣ ਮੰਦ ਸੁਣਿਐ ਜੋਗ ਜੁਗਤ ਤਨ ਭੇਦ ਸੁਣੇ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣਿਐ ਸਤ ਸੰਤੋਖ ਗਿਆਨ ਸੁਣੇ ਅਨਸਟ ਕਾ ਇਸਨਾਨ ਸੁਣਿਐ ਪੜ ਪੜ ਪਾਵਹਿ ਮਾਨ ਸੁਣੇ ਕਾਕੇ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣਿਐ ਸਰਾ ਗੁਣਾ ਕੇ ਗਾਹ ਸੁਣੇ ਸੇਖ ਪੀਰ ਪਾਤਸ਼ਾਹ ਸੁਣਿਐ ਅੰਧੇ ਪਾਵਹਿ ਰਾਹ ਸੁਣੇ ਹਾਥ ਹੋਵੇ ਰਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਕੀ ਕਤ ਕਹੀ ਨਾ ਜਾਏ ਜੇ ਕੋ ਕਰੇ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮਨੇ ਖਾਵੇ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਏ ਮਨ ਕੋਏ ਅੰਨਾ ਸੁਰਤ ਹੋਵੇ ਮਨ ਬੁੱਧ ਮਨੇ ਸਗਲ ਭਵਨ ਕੀ ਸੁਧ ਅੰਨਾ ਮੋਹ ਚੋਟਾ ਨਾ ਖਾਏ ਮਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਜਨ ਜੇ ਹੋਏ ਕੋ ਮਨ ਜਾਏ ਮਨ ਕੋਏ ਅੰਨਾ ਮਾਰਗ ਠਾਕ ਨਾ ਪਾਏ ਮਨੇ ਪਕਸਿਓ ਪ੍ਰਗਟ ਜਾਏ ਅੰਨਾ ਮਗ ਨਾ ਚੱਲੇ ਪੰਥ ਮਨੇ ਧਰਮ ਸੇਤੀ ਸੰਭਾਲ
ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਏ ਮਨ ਕੋਏ ਮੰਨੈ ਪਾਵਨ ਮੋਖ ਦੁਆਰ ਮੰਨੈ ਪਰਵਾਰ ਸਾਧਾਰ ਮੰਨੈ ਤਾਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਏ ਮਨ ਕੋਏ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਗਾਵੇ ਦਰ ਕੇ ਮਾਨ ਪੰਚੇ ਸੋਹ ਹੈ ਦਰ ਰਾਜਾਨ ਪੰਚਾ ਕਾ ਦੁਰੇਕ ਧਿਆਨ ਜੇ ਕੋ ਕਹੈ ਕਰੇ ਵਿਚਾਰ ਕਰਤੇ ਕੇ ਕਰਨੇ ਨਹੀਂ ਸੁਮਾਰ ਕਾਲ ਧਰਮ ਦਿਆ ਕਾ ਪੂਤ ਸੰਤੋਖ ਤਾਪ ਰਖਿਆ ਜਿਵ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਤਬਲੇ ਉਪਰ ਏਕਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਇਸਕੇ ਭਾਤ ਲੈ ਕਵਣ ਜੋਰ ਜੀ ਅਜਾਤ ਰੰਗਾਂ ਕੇ ਨਾਮ ਸਬਨਾ ਲਿਖਿਆ ਗੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੀਤਾ ਹੋਏ ਤਾ ਤਾਣ ਸਵਾਲਿਓ ਰੂਪ ਏਕੀ ਕਾਜ ਜਾਣੇ ਮੋਹ ਮੂਲ ਕੀਤਾ ਪਸਾਓ ਏਕੋ ਕਵਾਓ ਇਸਕੇ ਹੋਏ ਰਬ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਮਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਸੰਖ ਪੂਜਾ ਸੰਖ ਤਪ ਪਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਗ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਸੰਖ ਮੋਲ ਨਿਭਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਮਾਰਿਆ ਨ ਜਾਵਾ ਏਕ ਵਾਰ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਸੰਖ ਗਲ ਵਟ ਹੱਤਿਆ ਕਮਾਏ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਉੜਿਆਰ ਉੜੇ ਫਿਰਾਏ ਅਸੰਖ ਮਲੇਸ਼ ਮਰ ਭਖ ਖਾਹੇ ਸੰਖ ਨਿੰਦਕ ਸਿਰ ਕਰਿਆ ਪਾਰ ਨਾਨਕ ਨੀਚ ਕਹੈ ਵਿਚਾਰ ਮਾਰਿਆ ਨ ਜਾਵਾ ਏਕ ਵਾਰ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਕੰਮ ਕੰਮ ਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਰਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਖੰਡ ਬੋਲਣ ਬਾਣ ਅਖਰਾਂ ਸਿਰ ਸੰਜੋਗ ਵਖਾਣ ਜਿਨੇ ਲਿਖੇ ਤਿਸ ਨਾਏ ਜੇ ਫਰਮਾਏ ਤਿਵ ਤਿਵ ਪਾਏ ਕੀਤਾ ਕੀਤਾ ਕੇਤਾ ਨਾਉ ਬਿਨ ਨਾਮੈ ਨਾਹੀ ਕੋ ਥਾਉ ਕੁਦਰਤ ਕਵੈ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਸਦਾ ਸਲਾਮਤ ਨਿਰੰਕਾਰ ਹਰਿਆ ਹੱਥ ਪੈਰ ਤਨ ਦੇ ਪਾਣੀ ਧੋਤੈ ਉਤਰਸ ਖੇਹ ਮੂਤ ਪਲੀਤੀ ਕੱਪੜ ਹੋਏ ਏ ਸਾਬੂਨ ਲਈਐ ਉਹ ਧੋਏ ਹਰਿਆ ਮਤ ਪਾਪਾ ਕੇ ਸੰਗ ਉਹ ਧੋਪੈ ਨਾਮੇ ਕੈ ਰੰਗ ਉਨੀ ਪਾਪੀ ਆਖੜ ਨਾਏ ਕਰ ਕਰ ਕਰਨਾ ਲਿਖ ਲੈ ਜਾਹੁ ਆਪੇ ਵੀ ਜਾਪੇ ਹੀ ਖਾਓ ਨਾਨਕ ਹੁਕਮੀ ਆਵ ਹੋ ਜਾਹੁ ਤੀਰਥ ਤਪ ਦਇਆ ਦਤਦਾਨ ਦੇਖੋ ਪਾਵੈ ਦਿਲ ਕਾ ਮਾਨ ਸੁਨਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਜਿਨ ਗੁਣ ਕੀਤੇ ਭਗਤ ਨਾ ਹੋਏ ਸਵਾਸ ਆਖ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਉ ਕਵਣ ਸੁਵੇਲਾ ਬਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਸਿਰ ਕੀ ਮਾਓ ਕਵਣ ਜਿਤ ਹੋਆ ਆਕਾਰ ਮੇਲ ਨਾ ਪਾਈਆ ਮੰਡਲੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਮਾਇਓ ਕਾਦੀਆ ਜੇ ਲਿਖਨ ਲੇਖ ਪੁਰਾਣ ਨਿਤਵਾਰ ਨਾ ਜੋਗੀ ਜਾਣੈ ਰੁਤ ਮਾਉ ਨਾ ਕੋਈ ਜਾ ਕਰਤਾ ਸਿੱਖੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਾ ਆਖਾ ਤਿਵ ਸਾ ਨਾਹੀ ਕਿਉ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ
ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ ਪਾਤਾਲ ਪਾਤਾਲ ਜਖ ਆਗਾਸਾ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਬਾਤ ਸਹਿਜ ਅੰਧਾਰੇ ਕਹਿਣ ਗਦੇਵਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਦੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਰਾ ਹੀ ਸਾਲਾ ਖੇਤੀ ਸੁਰਤ ਨਾ ਪਾਈਆ ਨਦੀਆਂ ਤੇ ਵਾਹ ਭਾਵੇਂ ਸਮੁੰਦ ਨਾ ਜਾਣੀਐ ਸਮੁੰਦ ਸਾਰ ਸੁਨਾਨ ਜਿਹੜਾ ਸੇਤੀ ਮਾਲ ਧਨ ਏੜੀ ਤੁਲਾ ਹੋਵਣੀ ਜੇ ਤਿਸ ਮਨ ਹੋ ਨਾ ਬੀਸਰ ਹੈ ਅੰਤਰਾ ਸਿਰਤੀ ਕਹਿ ਅੰਤ ਅੰਤ ਨਾ ਕਰਣੈ ਦੇਣ ਨਾ ਅੰਤ ਅੰਤਰਾ ਵੇਖਣ ਸੁਣਨ ਅੰਤ ਅੰਤ ਨਾ ਜਾਪੇ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਏ ਆਗੇ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉਪਰ ਉੱਚਾ ਨਾਮ ਕੇਵੜ ਉੱਚਾ ਹੋਵੇ ਕੋਏ ਇਸ ਉੱਚੇ ਕੋ ਜਾਣੈ ਸੋਏ ਜੇਵੜ ਆਪ ਜਾਣੇ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾ ਤਮਾਏ ਕੇਤੇ ਮੰਗਿਆ ਜੋਤ ਅਪਾਰ ਇਹਦਿਆਂ ਗਨਤ ਨਹੀਂ ਵਿਚਾਰ ਕੇਤੇ ਖਪ ਟੁੱਟੇ ਵੇਕਾਰ ਇਹਦੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਪਾਈ ਖਾਏ ਇਹਦਿਆਂ ਦੁਖ ਭੂਖ ਸਦ ਮਾਰ ਇਹ ਵੀ ਦਾਤ ਤੇਰੀ ਦਾਤਾਰ ਮਨ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੇ ਜਿਤਿਆ ਮੋ ਪਾਏ ਆਪੇ ਜਾਣੈ ਆਪੇ ਦੇ ਆਪੇ ਸੇਵੀ ਕੇਈ ਕੇ ਜਿਸ ਨੂੰ ਬਖਸ਼ੈ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਪਾਰੀਐ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਪਾਏ ਅਮੁੱਲ ਸਮਾਏ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਕੁਰਬਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਪ ਆਪ ਰਹੇ ਨਿਮਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਿਗਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਮ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਆਖੇ ਆਖਣ ਪਾਏ ਕੀਤੇ ਕਹਿ ਕਹਿ ਉਠ ਜਾਏ ਇਹਦੇ ਕੀਤੇ ਹੋਰ ਕਰਹਿ ਆਖ ਨ ਸਕੇ ਕੇਈ ਕੇ ਦੇਵੜ ਭਾਵੈ ਦੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਕਾਲ ਗਿਆ ਸਿਰ ਕਾ ਮਾਰਾ ਕਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਮੈਂ ਸਰਬ ਸੰਭਾਲੇ ਬਾਜੇ ਨਾਦ ਅਨੇਕ ਅਸੰਖਾ ਕੀਤੇ ਬਾਵਨ ਹਾਰੇ ਕੇਤੇ ਰਾਗ ਪਰਿਸਿਉ ਕਹੀਅਨ ਕੀਤੇ ਬਾਵਨ ਹਾਰੇ ਪਾਵੇ ਤੋਹਨੋ ਪਾਉਣ ਪਾਣੀ ਪੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣਹਿ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਣ ਸਦਾ ਸਵਾਰੇ ਗਾਵੇ ਇੰਦ ਇੰਦਾਸਣ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਖਾ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਦੁਰਗਾ ਮਛ ਪਿਆਲੇ ਗਾਵਣ ਰਤਨ ਉਪਾਏ ਤੇਰੇ ਅਠਸਠ ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਤੇਰੀ ਤੁਧ ਨੂੰ ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ
ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਚਾਹੀ ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਗਿਆਨ ਕੀ ਕਰੇ ਵਿਭੂਤ ਇੰਥਾ ਕਾਲ ਕੁਵਾਰੀ ਕਾਇਆ ਜੁਗਤ ਨਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਰਿਆ ਨੀਲਾ ਨਾਦ ਰਾਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਇਆ ਭੰਡਾਰ ਘਟ ਘਟ ਵਾਜੇ ਨਾਦ ਆਪ ਨਾਥ ਨਾਤੀ ਸਭ ਜਾਤੀ ਨਿਤ ਸੇ ਦੇਵਰਾ ਸਾਧ ਸੰਜੋਗ ਵਿਜੋਗ ਦੋਏ ਕਾਰ ਚਲਾਵੇ ਲੇਖੇ ਆਵਹਿ ਭਾਗ ਆਦੇਸ਼ ਕਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਏਕਾ ਮਾਈ ਜੁਗਤ ਵਿਆਈ ਤਿਨ ਚਲੇ ਪਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀਵਾਨ ਜੇ ਤਿਸ ਭਾਵੈ ਤਿਨੈ ਚਲਾਵੈ ਜਿਵ ਹੋਵੇ ਫੁਰਮਾਨ ਉਹ ਵੇਖੈ ਉਹਨਾਂ ਨਦਰ ਨ ਆਵੈ ਹੋਤਾ ਏਓ ਵਿਡਾਨ ਆਦੇਸ਼ ਤਿਸੈ ਆਦੇਸ਼ ਆਰਿਆ ਨੀਲਾ ਨਾਦ ਰਾਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਦੋਸ਼ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ ਇਕ ਦੂਜੀ ਕੋ ਲਖ ਹੋਏ ਲਖ ਹੋਵੇ ਲਖ ਵੀਸ ਲਖ ਲਖ ਗੇੜਾ ਆਖੀ ਹੈ ਏਕ ਨਾਮ ਜਗਦੀਸ਼ ਏਕ ਰਾਹੇ ਪਤ ਪਵੜੀਆ ਚੜੀਐ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਈਟਾ ਆਈ ਰੀਸ ਨਾਨਕ ਨਦਰੀ ਪਾਈ ਹੈ ਕੂੜੀ ਕੂੜੇ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੜਿਆ ਸੰਸਾਰ ਇਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਕਾਤੀ ਰੁੱਤੀ ਥਿੱਤੀ ਵਾਰ ਆਵਣ ਪਾਣੀ ਅਗਨੀ ਪਾਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਜਿਨਕੇ ਨਾਮ ਅਨੇਕ ਅਨੰਤ ਕਰਨੀ ਕਰਨੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਕਿਤੈ ਸੋਹਣ ਪੰਜ ਪਰਮਾਨ ਨਦਰੀ ਕਰਮ ਪਵੇ ਨੀਸਾਨ ਰਜ ਬਕਾਏ ਓਪੇ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਬੈ ਸੰਤ ਕੇਤੇ ਕਾਨ ਮਹੇਸ਼ ਕੇਤੇ ਫਰਮੇ ਧਾੜਤ ਘੜੀਐ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧਰਾਤ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਟ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਇਥੈ ਨਾਦ ਵਿਨੋਦ ਕੋਡ ਆਨੰਦ ਧਰਮ ਖੰਡ ਕੀ ਬਾਣੀ ਰੂਪ ਇਥੈ ਘਾੜਤ ਘੜੀਐ ਬਹੁਤ ਅਨੂਪ ਕਾਪੀਆਂ ਗੱਲਾਂ ਕਥਿਆ ਨਰਾਏ ਇਹੋ ਕਹੈ ਪਿਛੈ ਪਛਤਾਏ ਮੈਂ ਘੜੀਆ ਸੁਰਤ ਮਤ ਮਨ ਬੁੱਧ ਇਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ ਧਰਮ ਖੰਡ ਕੀ ਬਾਣੀ ਜੋਰ ਇਥੈ ਹੋਰ ਨਾ ਕੋਈ ਹੋਰ ਜਿਥੈ ਜੋਤ ਮਹਾਬਲ ਸੂਰ ਜਿਨ ਮੈਂ ਰਾਮ ਰਹਿਆ ਭਰਪੂਰ ਜਿਥੈ ਸੀਤੋ ਸੀਤਾ ਮੈਂ ਮਾਏ ਤਾਕੇ ਰੂਪ ਨ ਕਥਨੇ ਜਾਏ ਨਾ ਉਹ ਮਰਣਾ ਨਾ ਠਾਰੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ ਜਿਥੈ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਜਿਥੈ ਖੰਡ ਮੰਡਲ ਵਰ
ਭੰਡ ਏਕੋ ਕਥੈ ਤਾ ਅੰਤ ਨਾ ਅੰਤ ਤਿਤੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਪ ਧਾਰਨ ਤਿਰ ਸੁਨਿਆਰ ਹਰਨ ਮਤ ਵੇਦ ਹਥਿਆਰ ਭਾਂਡਾ ਭਾਉ ਅਮਰਤਿਤ ਢਾਲ ਜਿਨ ਕੋ ਨਦਰ ਕਰਮ ਤਿਨ ਜਿਨ ਕੋ ਨਦਰ ਕਰਮ ਤਿਨ ਨਾਨਕ ਨਦਰੀ ਸਲੋਕ ਪਵਨ ਗੁਰੂ ਪਾਣੀ ਪਿਤਾ ਦਿਵਸ ਰਾਤ ਦੋਇ ਗਾਈ ਗਾਇਆ ਸੰਗਿਆਈਆਂ ਬੁਰਿਆਈਆਂ ਕਰਨੀ ਆਪੋ ਆਪਣੀ ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ ਜਿਨੀ ਨਾਮ ਤੇ ਆਇਆ ਨਾਨਕ ਤੇ ਮੁਖ ਉਜਲੇ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਾਬਿਓ ਬਾਚ ਬੇਨਤੀ ਚੌਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਪਾਰਾ ਹਮੇ ਦੁਸ਼ਟ ਸਭੈ ਤੁਮ ਕਾਵਹੁ ਆਪ ਹਾਥ ਦੇ ਮੋਹਿ ਬਚਾਵੋ ਸੋਈ ਬਸੈ ਮੋਰੋ ਪਰਵਾਰ ਸੇਵਕ ਸਿੱਖ ਸਭੈ ਕਰਤਾਰਾ ਹੋਰ ਅੱਛਾ ਨਿਜ ਕਰਦੈ ਕਰੀਐ ਸਭ ਬੈਨ ਕੋ ਆਸ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਹੋਰ ਭਜਨ ਕੀ ਰਹੇ ਪਿਆਸਾ ਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਪਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹੈ ਜਿਨ ਸਗਲਾ ਮਾਰੇ ਮਾਰੀਐ ਆਪ ਹਾਥ ਦੇ ਮੁਝੇ ਉਬਰੀਐ ਮਰਨ ਕਾਲ ਕਾ ਪ੍ਰਾਸ ਕਰੀਐ ਜੋ ਸਦਾ ਹਮਾਰੇ ਪੱਛਾ ਜਦ ਜੋ ਕਰਿਓ ਰੱਛਾ ਰਾਖ ਲਿਓ ਮੋਇ ਰਾਖਣ ਹਾਰੇ ਸਹਾਇਕ ਸੰਤ ਸਹਾਇਕ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮੋ ਮੁਰੀ ਚਲਦਾ ਸੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜਕੀਆ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਕਾਇ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵਤਾ ਜਗਤ ਉਪਜਾਇਓ ਆਦਿ ਅੰਤ ਕੈ ਅਵਤਾਰਾ ਸੋਈ ਗੁਰੂ ਸੰਜਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ शिव कण को शिव गुण सुख दियो सगल को मन को बंदियो घट घट के अंतर की जानत भले बुरे की पीर पछानत देखी ते कुंचर अस थूला सब पर कृपा निष्कल पूरा संतन दुख पाए ते दुखी सुख पाए साधन के सुखी एक एक की पीर पछान तन पट की जाने जबद करक करा करतारा प्रजा कर कब तेरे आकारा व्या करक करत हो कब हूँ जते कर सबू चेते बदन श्रीठ सब धार आप अपनी पूज उचारे तुम सब ही ते रहत निराला जानत तेज तेज अर आलम निरंकार निर्विकार निर्लंब आत्मदीन अनाथ सांब का मूड उचारत भेदा को प्रेरणा पावत पेदा आगो कर पाहन अनुमानत महापुरुष पेट न जानत महादेव को कैत सदा शिव निरंकार का चिन्ह में देव आप अपनी बुद्ध है जेती वनत पिंड तोरे प्रीति तुमरा लखा न जाए पसारा कहते सदा प्रगम संसारा एक
रूप अनूप स्वरूपा रंग प्यो राम कई गोपा अंडज जे रज से तज कीनी पुरस्कार बहु रच कीनी कहूँ फूल राजा हुए बैठा कहूँ सिमट शंकर जेठा सकरी श्रेष्ठ दिखाए अचंपा आदि जुगात स्वरूप सुंदर अब रक्षा मेरी तुम करो दुबार सिख संग्रो दुष्ट चिते उठवा दूत पाता सदर प्रदेश करो रटाता रस्तो चिताव सरनी पर इनके दुष्ट दुखी मरे दुख जवन पग परे तिहारे इनके तुम संकर सतारे कल को एक बार दे है बाटे काज निकलने आए हैं अच्छा होए ताहि सब काला दुष्ट अनिष्ट करे तत्काला कृपा दृष्ट तन जाहे निहार हो तावे ताप तनक हो हरियो वेद सिद्ध कर्मो सब होई दुष्ट छाय सके न कोई एक बार जिन तुम्हें संभारा बाल वास्ते ताय कुबारा जिन नर नाम तिहारो का तावार दुष्ट तोड़े खड़ग के तुम्हें शरण तिहारी आप हाथ तेरे हो उबारी सर्व घोर हो सहाय दुष्ट दोख तेरे हो बचाई खड़ग के तुम्हें शरण तिहारी आप हाथ तेरे हो उबारी सर्व कठोर घोर मोह सहाय दुष्ट दोख तेरे हो बचाई एक ओंकार सतनाम करता पुरख निर्भय निर्वैर अकाल मूरत अजूनी सैभं गुरप्रसाद एक ओंकार सतनाम करता पुरख निर्भय निर्वैर अकाल मूरत अजूनी सैभं प्रसाद एक ओंकार सतनाम करता पुरख निर्भय निर्वैर अकाल मूरत अजूनी सैभं प्रसाद एक ओंकार सतनाम करता पुरख निर्भय निर्वैर अकाल मूरत अजूनी सैभं प्रसाद एक ओंकार सतनाम करता पुरख निर्भय निर्वैर अकाल मूरत अजूनी सैभं प्रसाद वाहे गुरु वाहेगुरु 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 हे गुरु वाहेगुरु वाहेगुरु गुरु वाहेगुरु वाहेगुरु गुरु वाहेगुरु वाहेगुरु गुरु वाहेगुरु वाहेगुरु वाहिगुरु वाहिगुरु जैसी मैं आवे कसम की बाणी तैसड़ा करी ज्ञान दे गालो पाप की जंज लै काबलो हुदाया जोरी मंगै दान वे लालो शर्म धर्म दोय छप खलोए कूड़ गिरै प्रधान वे लालो
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਥਾਪਿਆ ਨ ਜਾਏ ਕੀਤਾ ਨ ਹੋਏ, ਆਪੇ ਆਪ ਨਿਰੰਜਨ ਸੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਜੋਤ ਵਿੱਚ ਸੁਭਾਏਮਾਨ ਗੁਰੂ ਖਾਲਸਾ ਸਤ ਸੰਗਤ ਜੀਓ, ਆਪ ਜੀ ਨੇ ਹੁਣੇ ਜਪਜੀ ਸਾਹਿਬ ਦਾ ਪਾਠ, ਬਹੁਤਿਆਂ ਦਾ ਪਾਠ ਠੀਕ ਸੀ, ਸ਼ੁੱਧ ਸੀ, ਹੋਰ ਸ਼ੁੱਧ ਹੋ ਜਾਵੇਗਾ ਕਿ ਥੋੜਾ ਧਿਆਨ ਨਾਲ ਪੜਾਂਗੇ। ਬਸ ਸਾਡਾ ਧਿਆਨ ਖਿੜ ਜਾਂਦਾ। ਕਥਾ ਸੁਣਦੇ ਆ, ਸੰਥਿਆ ਵੀ ਨਾਲ ਹੁੰਦੀ। ਜਦੋਂ ਭਾਈ ਸਾਹਿਬ ਪੜ੍ਹਦੇ ਨਾ, ਇਹ ਸੰਥਿਆ ਹੁੰਦੀ। ਅਸੀਂ ਵੀ ਐਵੇਂ ਸਿੱਖ ਰਹੇ ਸੀ। ਘੱਟੋ ਘੱਟ 15-20 ਮਹਾਂਪੁਰਖ ਸੰਤ ਮਹਾਤਮਾ ਜਦੋਂ ਕੋਈ ਪਾਠ ਕਰਦਾ ਉਹਦਾ ਪਾਠ ਸੁਣਦੇ ਸੀ ਕਿ ਆਪਣੇ ਪਾਠ ਗਲਤੀ ਤਾਂ ਨਹੀਂ ਰਹਿ ਗਈ। ਇੱਕ ਰੱਬ ਦੇ ਪਿਆਰੇ ਸੰਪਰਦਾਇ ਵਿੱਚ ਹੋਏ, ਜਿਨ੍ਹਾਂ ਨੇ 25 ਸਾਲ ਜਪਜੀ ਸਾਹਿਬ ਦੀ ਸੰਥਿਆ ਕੀਤੀ। 25 ਸਾਲ। ਕਿਸੇ ਗੁਰਮੁਖ ਨੇ ਆਖਿਆ, ਮਾਂ ਲੋਕੋ ਹੁਣ ਤਾਂ ਬਸ ਕਰੋ। ਉਹ ਕਹਿੰਦੇ ਇਹ ਬਾਣੀ ਜਪਜੀ ਸਾਹਿਬ ਨਾ ਗੁਰਸਿੱਖਾਂ ਦੇ ਨਿਤਨੇਮ ਦੇ ਵਿੱਚ ਹੈ, ਰੋਜ਼ ਕਰਨੀ ਤੇ ਰੋਜ਼ ਇਹਦਾ ਜਾਪ ਸਾਡੇ ਸਵਾਸ ਚੱਲਦਾ ਹੋਵੇ। ਪ੍ਰਸ਼ਾਦਾ ਛਕਦਿਆਂ ਵੀ ਪਾਠ ਹੁੰਦਾ। ਦਾਸ 2000 ਵਿੱਚ ਅੰਮ੍ਰਿਤਸਰ ਸਾਹਿਬ ਜਿੱਥੇ ਬਾਬਾ ਅਟਲ ਜੀ ਦਾ ਸਥਾਨ ਹੈ ਨਾ, ਉਹਦੇ ਉਲਟੇ ਪਾਸੇ ਇੱਕ ਬਾਬਾ ਸਾਹਿਬ ਚੌਂਕ ਹੈ। ਉਦੋਂ ਪਹਿਲਾਂ ਆ ਕੇ ਜਦੋਂ ਜਾਓ ਨਾ ਸ਼ਹੀਦਾਂ ਵੱਲ, ਉਹਦੇ ਖੱਬੇ ਹੱਥ ਇੱਕ ਟਕਸਾਲ ਹੈ। ਉੱਥੇ ਕੋਈ ਸੁਧਾਈ ਕਰਨ ਦਾ ਮੌਕਾ ਮਿਲਿਆ ਸ੍ਰੀ ਦਸਮਗ੍ਰੰਥ ਸਾਹਿਬ ਦੀ। ਉੱਥੇ ਪਤਾ ਲੱਗਿਆ ਜਦੋਂ ਲੰਗਰ ਛਕਾਉਂਦੇ ਨਾ ਸੰਪਰਦਾ ਵਿੱਚ, ਤੇ ਇੱਕ ਸਿੱਖ ਜਪਜੀ ਸਾਹਿਬ ਦਾ ਪਾਠ ਕਰੀ ਜਾਂਦਾ, ਬਾਕੀ ਲੰਗਰ ਛਕੀ ਜਾਂਦੇ, ਕੋਈ ਬੋਲਦਾ ਨਹੀਂ। ਕਿ ਲੰਗਰ ਛਕਦਿਆਂ ਵੀ ਉਹਨਾਂ ਦੇ ਕੰਨਾਂ ਵਿੱਚ ਇਹ ਬਾਣੀ ਵਿੱਚ ਸੁਣੀ ਜਾਵੇ, ਜਿਹਨੂੰ ਕਹਿੰਦੇ ਸਾਸ ਗਿਰਾਸ ਅੰਗੜਾ ਹੀ ਖਾਂਦੇ। ਅਜੇ ਵੀ ਪਟਿਆਲੇ ਸ਼ਹਿਰ ਵਿੱਚ ਬੜੇ ਗੁਰਸਿੱਖ ਜਿਹੜੇ ਪ੍ਰਸ਼ਾਦਾ ਛਕਦਿਆਂ ਵੀ ਜਪਜੀ ਸਾਹਿਬ ਦਾ ਪਾਠ ਕਰਦੇ। ਤੁਸੀਂ ਕੋਈ ਕਿਵੇਂ ਕਰਦੇ? ਗਰਾਈ ਚਬਾਣੀ ਹੈ ਕਿ ਪ੍ਰਸ਼ਾਦੇ ਦਾ ਪਾਠ ਕਰਨਾ ਹੈ? ਦੇਖੋ ਜਿਹੜਾ ਚਪਾ ਰਿਹਾ ਅੰਦਰ, ਉਹ ਸੁਰਤੀ ਕਰ ਸਕਦਾ ਹੈ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਸੁਰਤੀ ਨਹੀਂ ਕਰਦਾ। ਇਹ ਕਰਕੇ ਵੇਖੀ ਸਾਰੇ। ਚਲੋ ਜਦੋਂ ਕੱਲ ਲੰਗਰ ਛਕਣਾ ਸਾਰਿਆਂ ਨੇ ਨਾ, ਤੇ ਇੱਕ ਪਾਠ ਜਿਤਨਾ ਹੋ ਸਕੇ 10 ਪੌੜੀਆਂ 5 ਪੌੜੀਆਂ, ਜਿਹੜਾ ਇੱਕ ਪਾਠ ਨੂੰ 18-20 ਮਿੰਟ ਲਾਓਗੇ ਤੇ 20 ਮਿੰਟ ਲੰਗਰ ਛਕਣ ਨੂੰ ਲਾਓਗੇ ਨਾ, ਪ੍ਰਸ਼ਾਦਾ ਆਪੇ ਵਧੀਆ ਛਕਾਓਗੇ। ਅਸੀਂ ਤਾਂ ਭੱਜ ਪ੍ਰਸ਼ਾਦਾ ਛਕਦੇ ਹਾਂ। ਉਹਦਾ ਦਫ਼ਤਰ ਜਾਣਾ ਲੇਟ ਨਾ ਹੋ ਜੀ, ਸਕੂਲ ਜਾਣਾ ਲੇਟ ਨਾ ਹੋ ਜੀ, ਆਫਿਸ ਜਾਣਾ ਲੇਟ ਨਾ ਹੋ ਜੀ। 18-20 ਮਿੰਟ ਜਪਜੀ ਸਾਹਿਬ ਦੇ ਪਾਠ ਤੇ 18-20 ਮਿੰਟ 25 ਮਿੰਟ ਅੱਧਾ ਘੰਟਾ ਖਾਲਸਾ ਜੀ ਪ੍ਰਸ਼ਾਦਾ ਛਕਣ ਤੇ ਆਪੇ ਪ੍ਰਸ਼ਾਦਾ ਵਧੀਆ ਛਕਿਆ ਜਾਵੇਗਾ। ਸੰਮੇ ਨਾਲ ਆਪੇ ਭਗਤੀ ਹੋਗੀ ਨਾ। ਇਹਨੂੰ ਕਹਿੰਦੇ ਗੁਰੂ ਕੇ ਪਿਆਰੇ ਸਾਸ ਗਿਰਾਸ, ਗਿਰਾਈ ਖਾਂਦੇ ਆ, ਗਿਰਾਈ ਖਾਂਦੇ ਆ। ਇਹ ਜਪਜੀ ਸਾਹਿਬ ਨਹੀਂ, ਇਹ ਹਰ ਗੁਰਸਿੱਖ ਦਾ ਜੀਵਨ ਹੈ। ਖਾਲਸਾ ਜੀ ਅਸੀਂ ਰੋਜ਼ ਨਿਤਨੇਮ ਵਿੱਚ ਕੇ ਸਮਝਣਾ ਕਿ ਸਾਡੀ ਸ਼ੁਰੂਆਤ, ਸਾਡਾ ਜੀਵਨ ਇੱਥੋਂ ਸ਼ੁਰੂ ਹੋਣਾ ਹੈ, ਜਪਜੀ ਸਾਹਿਬ ਗੁਰੂ ਕੀ ਪਾਤਸ਼ਾਹ ਦੀ ਬਾਣੀ ਤੋਂ। ਇਹ ਉਹੀ ਬਾਣੀ ਹੈ ਜਿਹਦੇ ਬਦਲੇ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਭਾਈ ਗੋਪਾਲਾ ਜੀ ਨੂੰ ਆਪਣਾ ਤਖਤ ਦੇਣ ਨੂੰ ਤਿਆਰ ਹੋ ਗਏ ਸਨ। ਇੱਕ ਵਾਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਆਖਿਆ ਕਿ ਸਾਨੂੰ ਕੋਈ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਵੇ। ਭਾਈ ਗੋਪਾਲਾ ਜੀ ਕਹਿਣ ਲੱਗੇ, ਮਹਾਰਾਜ ਜੀ ਤੁਹਾਡੀ ਬਖਸ਼ਿਸ਼ ਹੋਵੇ, ਹੰਕਾਰ ਨਹੀਂ।
ਜੇ ਤੁਹਾਡੀ ਬਖਸ਼ਿਸ਼ ਹੋਵੇ ਪਾਠ ਸੁਣਾਵਾਂ, ਮਹਾਰਾਜ ਕਹਿੰਦੇ ਸੁਣਾਓ। ਆਪਣੇ ਤੋਂ ਉੱਚਾ ਤਖਤ ਭਾਈ ਸਾਹਿਬ ਦਾ ਲਵਾ ਲਿਆ ਕਿ ਬਾਣੀ ਪੜ੍ਹਨ ਦਾ ਸਤਿਕਾਰ ਕਿੰਨਾ ਹੈ। ਤੁਸੀਂ ਉੱਤੇ ਬੈਠੇ ਹੋ, ਤੁਹਾਡੀ ਮਜਬੂਰੀ ਹੈ, ਪਰ ਜਿਹਦੀ ਮਜਬੂਰੀ ਨਾ ਹੋਵੇ ਉਹ ਥੱਲੇ ਬੈਠੋ, ਜਿਹਦੀ ਮਜਬੂਰੀ ਹੈ ਕੋਈ ਗੱਲ ਨਹੀਂ। ਆਪਣੇ ਤੋਂ ਉੱਚਾ ਤਖਤ ਲਵਾਇਆ ਮਹਾਰਾਜ ਜੀ ਨੇ। ਭਾਈ ਸਾਹਿਬ ਪਾਠ ਕਰਦੇ, ਜਦੋਂ ਪਾਠ ਪਹੁੰਚਿਆ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, केते पवन पानी वै संस्तर केते कान महेश। जिथे पाठ पहुंचा, गुरु साहब के मन में आया कि की दईए ना, जपजी साहब के बराबर केड़ी चीज है असीं नूं भेटा दे दईए। कल भी सुने सी ना, फेर के रखीए की भेटा दे। पातशाह कहते जपजी साहब के बराबर होर कुछ नहीं, अपनी गुरियाई इन्हां नूं दे दी, गुरु बना दिए ना। ते महाराज अपने तख्त तो थले खिसकन लगे थोड़ा थोड़ा, ते रब ने भाना वरताया। भाई गोपाले दे मन में आ गया कि मैनू की मिलेगा। जेड़े दो घोड़े भाई बिरी चंद जी लैके आए हैं, उन्होंने चो एक घोड़ा मैनू मिल जाए। ये भी जिक्र है, 5 घोड़े सुदागर लैके आए थे, उन्होंने चो एक घोड़ा मैनू मिल जाए। उधर जिन्नी नाम ते आया गए मसक्कत घार, नानक ते उजले केती छुट्टी नार। महाराज फिर अपने तख्त ते आ गए। बादशाह कहते भाई बिरी चंद जी को घोड़ा लैके आओ, चंगी तरह सोहनी काठी पा के शिंगार के लैके आओ। भाई गोपाला जी दे होश उड़ गए। ये गल तो मेरे मन भी सी, सतगुरु ने किवें बुझ लई। पातशाह कहते गोपाला जी, ये जपजी साहब भी तो सानू सुना रहे, ये साडी गुरियाई तुहाडे अंदर जा लगी सी। बस रब नूं मंजूर ये सी कि तुहाडे मन च रब ने फुलना पाता। इहनूं फुलना कहते, फुलना कहते वो ख्याल जिहड़ा पाठ करते करते साडे आ जाता। सब दे आउंदा है, असी ऐसे कोई नाते तोते नहीं जिहदे पाठ ना आवे, ख्याल आंदे सब। कोशिश करो अपने ख्याल नूं रोको। जो ख्याल आते हैं, एक सौखा तरीका है, जिस कोड़ी को थोड़े ख्याल उड़ जाना उन्हें दोबारा लैके आओ, दोबारा पढ़ो, फिर उड़नगे, फिर दोबारा पढ़ो। तो कभी तो मन करेगा हुण ना उड़दी, एक पाठ से 2 घंटे लाने पै जाएंगे। इस करके मन के ख्याल फिर उड़नगे नहीं। तो कोशिश पातशाह की अरदास करिए, महाराज मन नूं टिका के रखना। पातशाह कहते गोपाला जी, जपजी साहब के बराबर तुहानूं अपना तख्त दे लगे सी, पर रब दा भाना ही यही है, तुसीं एक सोहना घोड़ा लै जाओ। यह है जपजी साहब का पाठ, इहदी बाणी की वडियाई कोई नहीं कह सकता। खालसा आओ 4 पौड़ियां के विचार आप जी ने सरवण कर ली है। 5वीं पौड़ी की विचार संखेप रूप की बोल भी खालसा जी, क्योंकि अपने को 6 दिन अज मिला के 6वां दिन है, तो 6 दिन बाकी रह गए। उस समय अनुसार 38 पौड़ियां की विचार होनी है, श्लोक की विचार होनी है। आओ अरदास करिए, रब जी तुसी भी ते असी भी, जितनी सानू समझ आ जाए कि साडे हिरदे च वसे, साडे जीवन का आधार बने, नितनेम का हिस्सा है, साडे जीवन के हर पल में सानू जपजी साहब की बाणी याद रहे। आओ सारे गुरु के प्यारे अपने मन को जोड़दे हैं, श्रद्धा सत्कार नाल उच्चारण करो जी, सतनाम सतनाम श्री वाहिगुरु साहिब जी। थापिया न जाए कीता न होए। आगे ना संख्या ना, ये करना होंदा भाई साहब ना बोलना सी, एवें सुन लीजिए बस। किसी का पाठ करते करते संख्या ले ली है। सीखण वाला की नहीं सीख लेता, इन्हें सीखना होगा ना, वो खालसा जी हो, किसी कां तो भी सीखा ले लेता है, डोग तो भी सीखा ले लेता है। डोग है तो कुत्ता ही, पर उस वर्ग का बंदा एक्टिव हो गई बस ता है
ਕਾਂ ਵਰਗਾ ਚਲਾਕ ਨਾ ਹੋਵੇ, ਐਕਟੀਵਿਟੀ ਹੋਵੇ, ਇੱਕਦਮ ਫੁਰਤੀ ਹੋਵੇ। ਕਾਂ ਨੂੰ ਮਾਰ ਕੇ ਦਿਖਾਓ ਨਾ, ਚੱਪਟਾ ਮਾਰ ਕੇ ਉੱਡ ਜਾਂਦੇ ਨੇ। ਇਸੇ ਤਰ੍ਹਾਂ ਗੁਰੂ ਕੇ ਸਿੱਖ ਵਿੱਚ ਇਤਨੀ ਖਾਲਸਾ ਜੀ ਐਕਟੀਵਿਟੀ ਹੋਵੇ, ਤਿਆਰ ਪਰ ਤਿਆਰ ਹੋਵੇ। ਸਵੇਰੇ ਉੱਠਣਾ ਹੋਵੇ, ਛਾਲ ਮਾਰ ਕੇ ਉੱਠਦਾ ਬਸ। ਨਹੀਂ ਤਾਂ ਬੰਦਾ ਕਹਿੰਦਾ 2 ਮਿੰਟ ਹੋਰ, 2 ਮਿੰਟ ਹੋਰ, 2 ਘੰਟੇ ਲੱਗ ਜਾਂਦੇ। ਉਹ ਸੂਰਜ ਚੜ੍ਹਦਾ ਹੁੰਦਾ, ਕਹਿੰਦਾ ਚਲੋ ਦਫ਼ਤਰ ਲੇਟ ਹੋ ਗਿਆ, ਫਟਾਫਟ ਪਾਠ ਕਰੀਏ। ਇਸ ਕਰਕੇ ਪਾਤਸ਼ਾਹ ਕਹਿੰਦੇ ਥਾਪਿਆ ਨਾ ਜਾਏ। ਸਿੱਧਾ ਨੇ ਪੁੱਛਿਆ ਕਿ ਪ੍ਰਮਾਤਮਾ ਨੂੰ ਕਿਹਨੇ ਬਣਾਇਆ ਹੈ? ਗੁਰੂ ਨਾਨਕ ਪਾਤਸ਼ਾਹ ਕਹਿੰਦੇ ਐਸੇ ਤੋਂ ਪ੍ਰਮਾਤਮਾ ਕਿਸੇ ਦਾ ਥਾਪਿਆ ਹੋਇਆ ਨਹੀਂ, ਸਥਾਪਿਤ ਕੀਤਾ ਨਹੀਂ, ਬਣਾਇਆ ਹੋਇਆ ਨਹੀਂ, ਪੈਦਾ ਕੀਤਾ ਨਹੀਂ। ਫਿਰ ਕਿਵੇਂ ਆਏ? ਪਿੱਛੇ ਆਇਆ ਸੀ ਨਾ ਸਹਿਭੰਗ, स्वयं सिर्फ अपने आप तो प्रकाश कीता ना होए, किसी का रब कीता होया नहीं, बनाया होया नहीं है। आपे आप निरंजन सोय। निरंजन जो माया दी कालक तो रहत है वाहिगुरु, वो अपने आप तो खालसा प्रकाशमान होया है। बस तुसी कहो जी किवें होया? ये तो रब ही ना होया। बस अब तो सतनाम अगे जिक्र आवेगा। जा करता सिरठी को साजे आपे जाना सोई। ਉਹ ਸ੍ਰਿਸ਼ਟੀ ਨੂੰ ਕਿਵੇਂ ਸਾਜਿਆ, ਸ੍ਰਿਸ਼ਟੀ ਨੂੰ ਉਹ ਜਾਣਦਾ ਹੈ, ਤੇ ਉਹਦਾ ਆਪਣੇ ਆਪ ਤੋਂ ਪਸਾਰਾ ਕੌਣ ਜਾਣਦਾ ਹੈ? ਕੋਈ ਨਹੀਂ ਜਾਣ ਸਕਦਾ। ਆਪੇ ਆਪ ਨਿਰੰਜਨ ਸੋਏ ਵਾਹਿਗੁਰੂ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਇਆ ਹੈ। ਜਿਨ ਸੇਵਿਆ ਤਿਨ ਪਾਇਆ ਮਾਨ। ਜਿਨ੍ਹਾਂ ਨੇ ਵਾਹਿਗੁਰੂ ਦੀ ਸੇਵਾ ਕੀਤੀ ਉਹਨਾਂ ਨੂੰ ਮਾਣ ਮਿਲ ਗਿਆ। ਦੂਜਾ ਅਰਥ ਹੈ ਸੇਵਿਆ ਦਾ, ਸੇਵਿਆ ਜਪਿਆ। ਜਿਨ੍ਹਾਂ ਨੇ ਵਾਹਿਗੁਰੂ ਨੂੰ ਜਪਿਆ ਉਹਨਾਂ ਨੂੰ ਮਾਣ ਪ੍ਰਾਪਤ ਹੋ ਗਿਆ। ਨਾਨਕ ਗਾਵੀਐ ਗੁਣੀ ਨਿਧਾਨ। ਗੁਰੂ ਪਾਤਸ਼ਾਹ ਕਹਿੰਦੇ ਬੰਦਿਆ ਮਾਣ ਲੈਣਾ ਹੀ ਤੇ ਇਸ ਤਰ੍ਹਾਂ ਕਰ, ਗੁਰੂ ਮਹਾਰਾਜ ਜੀ ਨੂੰ ਬਾਣੀ ਦਾ ਜਾਪ ਕਰ, ਗੁਰੂ ਰੱਬ ਨੂੰ ਗਾ, ਰੱਬ ਦਾ ਸਿਮਰਨ ਕਰ। ਗਾਵੀਐ ਸੁਣੀਏ ਮਨ ਰੱਖੀਏ ਭਾਉ। ਅੱਗੇ ਕਹਿਣਗੇ ਕਿ ਕਿਵੇਂ ਗਾਣਾ ਹੈ। ਨਾਨਕ ਗਾਵੀਐ ਗੁਣੀ ਨਿਧਾਨ, ਜੋ ਵਾਹਿਗੁਰੂ ਗੁਣਾ ਦਾ ਖਜ਼ਾਨਾ ਹੈ ਉਹਨੂੰ ਗਾਵੀਏ। ਗਾਵੀਐ ਸੁਣੀਐ ਮਨ ਰੱਖੀਐ ਭਾਉ। ਆਖੋ ਸਤਨਾਮ। ਸਿੱਧਾ ਨੇ ਫਿਰ ਦੇਖੋ ਬੜੇ ਸਿੱਧ ਵਿਦਵਾਨ ਸਨ। ਕਹਿਣ ਲੱਗੇ ਜੀ ਰੱਬ ਦੀ ਸੇਵਾ ਕਿਵੇਂ ਕਰੀਏ? ਉਹ ਤਾਂ ਦਿਖਦਾ ਹੀ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਉਹਨੂੰ ਸੇਵਣਾ ਹੈ, ਜਪਣਾ ਹੈ। ਗਾਵੀਏ ਮੂੰਹ ਤੋਂ ਗਾਵੀਏ, ਫਿਰ ਸੁਣੀਏ ਕੰਨਾਂ ਤੋਂ ਸੁਣੀਏ। ਮਨ ਰੱਖੀਏ ਭਾਉ, ਮਨ ਵਿੱਚ ਪ੍ਰੇਮ ਰੱਖੀਏ। ਸੁਣ ਕੇ ਮਨ ਵਿੱਚ ਫਿਰ ਬਿਠਾ ਲਈਏ ਵਾਹਿਗੁਰੂ। ਇੱਕ ਵਾਰੀ ਬੋਲਣਾ, ਆਪ ਹੀ ਸੁਣਨਾ ਤੇ ਆਪ ਹੀ ਅੰਦਰ ਬਿਠਾ ਲੈਣਾ ਵਾਹਿਗੁਰੂ। ਆ ਗਿਆ ਨਾ ਘੁੰਮ ਕੇ ਅੰਦਰ। बस ये है बादशाह कहते मन रखिए भाव। जितना मन में प्रेम होगा बस उसका बेड़ा पार हो जाएगा। एक घटना चेते आ गई। गुरु नानक महाराज, गुरु नानक महाराज सिक्खी की परख करने वास्ते गए करतारपुर साहिब जो पाकिस्तान में। उत्थे सन महाराज अपने जीवन के शरीर के अंतले समय इस सिक्खी के परख करके चले गए। एक पिंड में पहुंचे, दरवाजा खड़काया। गरीब का सिख सी, रब का प्यारा, पर भजनी बड़ा सी। सिख बाहर आ गए, आवाज मारी, सुभाग भरिए नानक तपा जी आए हैं। नानक तपा जी आए हैं। वो भी घर वाली भी बड़ी आनंद वाली। वो कहने लगी हम तो बिठा लिया अंदर। ਹੁਣ ਪ੍ਰਸ਼ਾਦਾ ਚਕਾਉਣਾ ਸੀ, ਦੁਪਹਿਰ ਦਾ ਸਮਾਂ। ਘਰ ਵਾਲੀ ਕਹਿਣ ਲੱਗੇ ਜੀ ਕੋਈ ਸੌਦਾ ਪਾਣੀ ਲੈ ਕੇ ਆਓ, ਲੰਗਰ ਤਿਆਰ ਕਰੀਏ। ਉਹ ਕਹਿਣ ਲੱਗਾ ਚਲੋ ਮੈਂ ਇੰਤਜ਼ਾਮ ਕਰਦਾ। ਇੰਤਜ਼ਾਮ ਕਰਨ ਲਈ ਬਾਜ਼ਾਰ ਗਿਆ, ਪਰ ਪੈਸੇ ਹੈ ਨਹੀਂ ਸੀ, ਕੁਝ ਨਹੀਂ ਮਿਲਿਆ, ਨਾ ਉਧਾਰ ਮਿਲਿਆ, ਕੁਝ ਨਹੀਂ ਮਿਲਿਆ।
घर वाली कहन लगी चलो कोई गल नहीं, मेरे को कुछ समान पे कि बेच आओ। जो कोई महात्मा पुरख गुरु परमेश्वर घर में आ जाए ना, फिर परवाह नहीं करेगी, कहते बेच जाओ कोई गल नहीं। कुछ समान बेच के उन्होंने थोड़ा जहा दाल आटा लैके आए, एक प्रशादा बनाना शुरू किया घर वाले। अजकल गैस है, पहले चूल्हे होंगे सन, आम लकड़ा बाल के प्रशादा बनाना। एक छोटा बच्चा से उन्होंने लगभग होगा 1.5 साल का, 1.5-2 साल का, नाम से उनका लाला। मां कहने लगी बेटा लाला अग दे कोल ना जाई, मैं अंदरों भांडे लैके आनी है। बच्चे को जो काम कहोगे ना, बच्चे को काम करना ही करना, शरारती बच्चा। मां अंदर समान लैन गई, बच्चा खालसा जी 1-1.5 मिनट विच उन्हें अग में हाथ पा लिया। अग छड़ दी किसी ने, अग ने उन्होंने लपेट लिया बस। ਹੁਣ देखो बच्चा तड़पदा पिया, अंदर आवाज जा रही है गुरु नानक महाराज, पर महाराज बाहर क्यों नहीं आए कि सिक्खी की परख करनी। आखो सत्ता सिक्खी किथे खड़ी है, महाराज जी ने परख करनी। बस आवाज गई होनी अंदर, बच्चा रोंदा होवे ते खालसे गवांढ की आवाज चली जाती, तो कमरे च नहीं सी बादशाह। महाराज बाहर नहीं आए, अंदर बैठे भजन करी। मां को आवाज गई, मां दौड़ी दौड़ी बाहर आई कि व्यक्ति बच्चा काला शाह अदमुआ बस खत्म। चलो मां ने अखा चो हंजू तो बड़े आए, मां ने सारे हंजू अंदर लगा दिया। उन्हें बच्चे ने कपड़े से लपेटे, बच्चा खत्म, अंदर मंजे से पा के आ गया। हुण रोई क्यों नहीं मां कि मैं जे रोवांगी तो गुरु महाराज साढ़े घर तो चले ना जान। ये ना कर पहले ही भाणा वरत गया, फिर उत्थे की लंगर छकना, कितने और छक लवांगे। इस करके मां नहीं रोई। मां के अखां चो हंझू तो बड़े हाँ, पर एक प्रेम के अंदर भावना सी कि गुरु नानक पातशाह की सेवा करनी। बस चलो प्रशादा तैयार हो गया। महाराज कहते भी चलो भाई साढ़े हाथ वाओ, हाथ वाण लगे। घर वाला भांडा लैके आ गया तो एक गड़वी लैके आ गया। पातशाह कहते तुहाडा बच्चा नहीं नजर आ रहा किथे। हुण घर वाले को पता नहीं सी, ये किसी काम बाहर गया सी। कहने लगा किथे अपना लाला, बुलाओ। मां ने हुण बहाना मारिया, ये बहाना कह लो झूठ नहीं सी, एक गुरु पातशाह लंगर चकाण दा सी। मां कहन लगी कि किथे खेड़दा खेड़दा सो गया होना, तुसी हाथ वाओ महाराज जी दे, हुणे आ जाएगा। गुरु पातशाह कहंदे ना, ये तुहाडा बच्चा आवेगा, लंगर भी तां छकांगे। हुण मां दी अखां दे ओही हंझू बाहर आ गए। खालसा वो नेड़े आई, कहंदे महाराज जिथे वो चला गया ना, उत्थे मां की आवाज नहीं आती, उत्थे मेरी मोह की आवाज, ममता की आवाज नहीं जानी। तुसी आवाज मारो, तुहाडी आवाज प्रेम की है, महाराज जरूर आ जाएगा। पातशाह कहते लाला नाम है, कहते हाँ महाराज। आवाज मारी लालिया फटाफट बाहर आ जा। बच्चा दौड़ के फटाफट बाहर आ गया। जिहड़ा बच्चे का शरीर काला शाह सड़ गया सी, एक शरीर बिल्कुल नवा नकोर हो गया। मां को जो खुशी होना आई ना, ये खुशी बच्चे के मोह की नहीं, ये प्रेम की खुशी सी। खालसा मां के अखां चो हंझू दे खालसा ढेर लग के वग वग के थल्ले पानी पानी हो गया। वो बादशाह ने चलना मत्था टेके, महाराज ये की? बादशाह कहते असीं नहीं जिंदा जिंदा, तुहाडे प्रेम ने इनू नवा जीवन दान दिता है। जिथे प्रेम होवे उहदे सब कुछ पैदा हो सकता है। ये प्रेम है सब तो बड़ी चीज, जिहदे मन सब तो ज्यादा बड़ा प्रेम होता है। खालसा जी गाविए सुनिए मन रखिए भावो। ये असीं भी बाणी का पाठ प्रेम नाल पढ़ांगे ना, सानू की नहीं मिल सकता। खालसा जपजी साहिब जो सानू की नहीं मिल सकता,
ਸਭ ਕੁਝ ਮਿਲ ਸਕਦਾ ਹੈ, ਪਰ ਸਾਡੇ ਮਨ ਦੀ ਭਾਵਨਾ ਨਹੀਂ ਨਾ। ਪਾਤਸ਼ਾਹ ਕਹਿੰਦੇ ਧੰਨ ਹੋ ਤੁਸੀਂ। ਤੇ ਉਹਨਾਂ ਦੇ ਘਰ ਮਹਾਰਾਜ ਜੀ ਨੇ ਸ਼ਬਦ ਉਚਾਰਿਆ ਸੀ ਕਿ ਇਹ ਲਾਲਾ ਕੈਸਾ ਹੈ, ਇਹ ਲਾਲਾ ਸਾਡਾ ਪਿਆਰਾ ਹੈ। ਗੁਰ ਕੀ ਬਚਨੀ ਹਾਟ ਦੁਕਾਨਾ ਜਿਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤੁਰਾਈ, ਮੇਰੇ ਸਾਹਿਬ का हुक्म न करना जाए। ऐसे खालसा जी गुरसिखा ने मन प्रेम होता है। काव्य सुनिए मन रखिए भाव मना, मन विच प्रेम रखी और आनंद आवेगा। दुख पर हर सुख घर ले जा, जिथे प्रेम आ गया उथे दुख आपे खत्म। सुख घर ले जाए, हिरदे रूपी घर विच बंदा सुख ही सुख समा जाते हो। ते आम दुनियावी घरां विच भी सुख ही सुख आ जाते हैं। गुरमुख नादम गुरमुख वेदम, गुरमुख रहया समाई। सीता ने पूछा भी असी तो शिव जी ब्रह्मा विष्णु आदि की पूजा करते हैं, तुसी किहदी पूजा करते हो? गुरु पातशाह कहते साडे लई गुरु की शरण विच पै के गुरु धारण करना सब कुछ है। बस गुरमुख नादम, गुरु के मुख तो जिहड़ा शब्द सुनना है साडे लई ओही नाद है। वो नाद बजाउंदे तो नहीं बजाउंदे। पातशाह कहते साडा ओही नाद है। गुरमुख वेदन, गुरु की शरण पै के जिहड़े ज्ञान वेद सुनना, साडे लई गुरु का ज्ञान ही वेद है। गुरमुख नादम गुरमुख वेदन, गुरमुख रहा समाई। ते असी अपने गुरु के चरणों 'ਚ समाए रहते हैं। जिहड़ा साडा गुरु साडा परमेश्वर सारी थावां ते व्यापक है। गुर ईसर गुर गोरख ब्रह्मा गुर पार्वती माई। गुर ईसर, ये साडे लिए शिव जी कौन है? साडा गुरु है भाई। गुर गोरख, साडे लिए गोरख कौन है? गुर ईसर गुर गोरख, ब्रह्मा गुर, ब्रह्मा भी साडा गुरु है। सब कुछ साडे गुरु को सब अधिकार है। जितने फल मन बाछिया तितने सतगुर पास। वो गुरु ग्रंथ साहिब पातशाह में सारे खालसा जी देवी देवते सब कुछ इन्हां विच है। ते पातशाह कहते तुहाडे शरीर अंदर सारा परमात्मा ने ब्रह्मांड का प्रसाद रखा होया है। इस करके गुरु गुरु जपिए गुर ईसर। गुरु ही खालसा जी शिव जी है। गुरु ही साडे लिए गोरख है। ते ब्रह्मा ब्रह्मा भी साडे लिए गुरु है। गुर पार्वती माई। इत्थे दो विश्राम लाते, गुर ईसर गुर गोरख ब्रह्मा। आम गुटके साहिब विच ये पाठ है विश्राम, पर संप्रदाय विच विश्राम है गुर ईसर गुर गोरख ब्रह्मा गुर। गुरु ही ईश्वर, गुरु ही गोरख, ते ब्रह्मा भी साडा गुरु परमेश्वर है। पार्वती माई, ते दुनिया की कोई पार्वती होगी, कोई माता लक्ष्मी होगी, ते साडी तां मां, मेरी मां कौन है? गुरु परमेश्वर है। गुरु नानक पातशाह, गुरु गोबिंद सिंह महाराज, गुरु ग्रंथ साहिब यही साडे लिए सब कुछ आना। जे हो जाना आखा नाही, कहना कथन न जाई। जे ऐसे गुरु बारे मैं कुछ जानदा ना, जे हो जाना, जे कुछ जानता होवा ते आखा नहीं, मैं कह नहीं सकता, क्योंकि मेरी जुबान गुरु की वडियाई नहीं कर सकती। गुरा एक देह बुझाई। मेरे गुरु पातशाह ने गुरा, मेरे गुरु जी एक शिक्षा सानू दे दो, एक सानू सोझी महाराज ऐसी दे दो। ये शिक्षा साडे गुरु ने सानू समझाई हुई है। सपना जिया का एक दाता, सो मैं विसर न जाई। ये शिक्षा सानू धारण करनी चाहिए। सपना जिया का एक दाता, सारे जीवां दा इको दाता वाहिगुरु परमेश्वर है। ते सानू वो वाहिगुरु परमात्मा ना भुल जावे। तीरथ नावा जे तिस भावा, विण भाणे के नहाए करी। तीर्थ की होंदा है? जेड़ा कोई स्थान जिथे कोई संत महात्मा गुरु अवतार पैगंबर औलिया अपने चरण पा लवे, उत्थे कहते तीर्थ।
पर गुरबाणी की है 68 तीरथ जह साध भगत है। तीरथ नामण जाओ, तीरथ नाम है। नाम जी के हिरदे वस के ना गुरसिख का शरीर भी तीरथ बन जाएगा। बाहर के तीर्थां ते नहाण जा रहे हैं, तीरथ नहावा जे तिस भावा, जे रब नूं मैं भा जावां। कोई बंदा हरिद्वार जा रहा है इशनान करके, रब नूं चंगा ना लग्या, ਉਹਦਾ ਨਹਾਉਣ ਦਾ ਕੀ ਫਾਇਦਾ ਖਾਲਸਾ ਜੀ। ਜੇ ਰੱਬ ਨੂੰ ਭਾਉਂਦਾ ਹੈ ਕਿ ਨਹਾਣਾ ਇਹਦਾ ਸਫਲਾ ਹੈ ਤਾਂ ਠੀਕ ਹੈ, ਨਹੀਂ ਤਾਂ ਵਿਣ ਭਾਣੇ ਕਿ ਨਹਾਏ ਕਰੀ। ਪਰਮਾਤਮਾ ਨੂੰ ਜੇ ਨਹੀਂ ਭਾ ਰਿਹਾ ਤੇ ਬੰਦਿਆ ਤੇਰਾ ਨਹਾਉਣ ਦਾ ਕੀ ਫਾਇਦਾ। ਜੇਤੀ ਸਿਰਫ ਉਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ। ਕਿਉਂਕਿ ਕਈ ਬੰਦੇ ਨਹਾਉਂਦੇ ਹਨ ਸਾਨੂੰ ਕੁਝ ਮਿਲ ਜਾਵੇਗਾ, ਉਹਨੂੰ ਰਿੱਧੀ ਸਿੱਧੀ ਮਿਲ ਜਾਵੇਗੀ। ਪਾਤਸ਼ਾਹ ਕਹਿੰਦੇ ਨਾ, ਜੇਤੀ ਸਿਰਫ ਉਪਾਈ ਵੇਖਾ। ਜਿਤਨੀ ਸ੍ਰਿਸ਼ਟੀ ਰੱਬ ਨੇ ਪੈਦਾ ਕੀਤੀ ਨਾ ਅਸੀਂ ਵੇਖ ਰਹੇ ਹਾਂ, ਵਿਣ ਕਰਮਾ ਕੇ ਮਿਲਿਆ ਨਹੀਂ। ਬਿਨਾਂ ਕਰਮਾਂ ਤੋਂ ਦੱਸੋ ਕਿਹਨੂੰ ਕੀ ਮਿਲਿਆ ਹੈ? ਕੁਛ ਨਹੀਂ ਮਿਲਿਆ। ਰੱਬ ਨੇ ਜਿਹਦੇ ਕਰਮਾਂ ਜੋ ਲਿਖਿਆ ਹੋਇਆ ਉਹਨੂੰ ਉਹੀ ਮਿਲਣਾ ਹੈ। ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ। ਰੱਬ ਨੇ ਸਾਡੀ ਮੱਤ ਵਿੱਚ ਬੜਾ ਕੁਝ ਪਾਇਆ ਹੋਇਆ। ਮੱਤ ਵਿੱਚ ਰਤਨ ਜਵਾਹਰ ਮਾਣਿਕ, ਰਤਨ ਜਵਾਹਰ ਹੀਰੇ ਮੋਤੀ ਪਾਏ ਹੋਏ। ਉਹ ਕਿਹੜੇ ਕਿਹੜੇ? ਵਿਵੇਕ, ਗਿਆਨ, ਸਹਿਜ ਰਸ ਸਾਡੇ ਅੰਦਰ ਹੈ ਭਾਈ ਸਾਹਿਬ। ਜੇ ਕੋਈ ਜਿਤਨਾ ਰੱਬ ਦਾ ਸਿਮਰਨ ਕਰੇਗਾ ਉਹਨੂੰ ਉਤਨਾ ਸਹਿਜ ਆ ਜਾਵੇਗਾ। ਮੱਤ ਵਿੱਚ ਬੁੱਧੀ ਵਿੱਚ ਹੈ ਬੰਦੇ ਦੀ। ਬੁੱਧੀ ਕਿੱਥੇ ਹੈ? ਅੰਤਿਸ਼ਕਰਨ, ਸਰੀਰ ਦੇ ਅੰਦਰ ਹੀ ਹੈ ਨਾ। ਤੇ ਜਿਹੜਾ ਅੰਦਰੋਂ ਕੋਈ ਖੋਜੇਗਾ ਉਹਨੂੰ ਅੰਦਰੋਂ ਸਹਿਜ ਵਾਲੇ ਰਤਨ ਵਿਵੇਕ ਗਿਆਨ ਆਦਿ ਕੇ ਮਿਲਣਗੇ। ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਜੇ ਇੱਕ ਸਿੱਖਿਆ ਜਿਹਨੇ ਸੁਣ ਲਈ ਨਾ ਉਹਦਾ ਬੇੜਾ ਪਾਰ ਹੋ ਗਿਆ ਖਾਲਸਾ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਉਹਦਾ ਬੇੜਾ ਪਾਰ, ਉਹ ਤਰ ਜਾਵੇਗਾ। ਗੁਰਾ ਇੱਕ ਦੇਹ 부ਝਾਈ। ਮੇਰੇ ਗੁਰੂ ਪਾਤਸ਼ਾਹ ਜੀ ਇੱਕ ਸਿੱਖਿਆ ਸਾਨੂੰ ਸਮਝਾ ਦਿਓ ਪਾਤਸ਼ਾਹ। ਪਾਤਸ਼ਾਹ ਕਹਿੰਦੇ ਸਮਝਾ ਦਿੰਦੇ ਆ ਜੀ। ਗੁਰਾ ਇੱਕ ਦੇਹ 부ਝਾਈ। ਪਾਤਸ਼ਾਹ ਇੱਕ ਸਿੱਖਿਆ ਸਾਨੂੰ ਮਹਾਰਾਜ ਜੀ ਨੇ ਜਿਹੜੀ 부ਝਾਈ ਹੈ ਉਹ ਸੁਣੀਏ ਜੀ। ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਇਹ ਸਿੱਖਿਆ ਸਾਰੇ ਗੁਰਸਿੱਖਾਂ ਨੂੰ ਰੱਬ ਨੇ ਸਮਝਾਈ ਹੋਈ ਹੈ ਕਿ ਸਾਰਿਆਂ ਜੀਆਂ ਦਾ ਇੱਕੋ ਦਾਤਾ ਹੈ ਵਾਹਿਗੁਰੂ, ਤੇ ਸਾਨੂੰ ਵਾਹਿਗੁਰੂ ਨਹੀਂ ਭੁੱਲਣਾ ਚਾਹੀਦਾ। ਜੇ ਜੁਗ ਚਾਰੇ ਆਰਜਾ ਹੋਰ ਦਸੋਣੀ ਹੋਏ। ਅਜੋਕੇ ਸਮੇਂ ਵਿੱਚ ਹਰ ਬੰਦੇ ਜੇ ਜੁਗ ਚਾਰੇ ਆਰਜਾ, 4 ਜੁਗ ਉਮਰ ਹੋ ਜਾਏ। 4 ਜੁਗ ਉਮਰ ਹੈ 43,20,000। ਇਤਨੀ ਉਮਰ ਕਿਸੇ ਦੀ ਹੋ ਜਾਵੇ 4 ਜੁਗ ਦੀ, ਤੇ ਇਤਨੀ ਉਮਰ ਜੇ ਹੋ ਜਾਵੇ। ਨਵਾ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋ। ਹੋਰ ਦਸੂਣੀ ਹੋਏ 43,20,000 ਸਾਲ ਤੋਂ ਦਸੂਣੀ ਕਹਿੰਦੇ 10 ਗੁਣੀ ਵੱਧ ਹੋ ਜਾਵੇਗਾ। ਇੰਨੀ ਉਮਰ ਵੀ ਹੋ ਜਾਵੇ ਕਿਸੇ ਬੰਦੇ ਦੇ ਸਰੀਰ ਦੀ, ਫਿਰ ਜਿਤਨੇ ਖੰਡ ਹਨ 9 ਖੰਡਾਂ ਸਾਰੀ ਧਰਤੀ ਤੇ ਉਹਦਾ ਨਾਮ ਇਤਨਾ ਫੈਲ ਜਾਵੇ। ਨਵਾਂ ਖੰਡਾ ਵਿੱਚ ਜਾਣੀਏ ਅਲੈਗਜ਼ੈਂਡਰ ਬਾਦਸ਼ਾਹ, ਸਿਕੰਦਰ ਬਾਦਸ਼ਾਹ ਵਿਸ਼ਵ ਪ੍ਰਤਾਪੀ ਰਾਜਾ ਸੀ ਖਾਲਸਾ। ਕੀ ਬਣਿਆ ਉਹਦਾ? ਖਾਲੀ ਹੱਥ ਚਲਾ ਗਿਆ। ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲਾ ਸਭ ਕੋਈ। ਤੇ ਬਹੁਤ ਜ਼ਿਆਦਾ ਬੰਦੇ ਉਹਦੇ ਨਾਲ ਤੁਰਦੇ ਹੋਣ, ਉਹਦੇ ਚੇਲੇ ਬਾਲਕ ਉਹਦੇ ਸੈਨਾ ਬਣ ਕੇ। ਚੰਗਾ ਨਾਮ ਰਖਾਏ ਕੈ ਜਸ ਕੀਰਤ ਜਗ ਲੇ। ਆਪਣਾ ਨਾਮ ਵੀ ਵਧੀਆ ਰਖਾ ਲਵੇ ਤੇ ਦੁਨੀਆ ਤੇ ਵਡਿਆਈ ਵੀ ਪ੍ਰਾਪਤ ਕਰ ਲਵੇ। ਜੇ ਤਿਸ ਨਦਰ ਨ ਆਵਈ ਤਾ ਬਾਤ ਨ ਪੁੱਛੈ ਕੇ। ਆਖੋ ਸਤਨਾਮ। ਜੇ ਰੱਬ ਦੀ ਨਜ਼ਰ ਵਿੱਚ ਨਾ ਆਇਆ ਨਾ ਉਹਦੀ ਬਾਤ ਨਹੀਂ ਪੁੱਛਣੀ ਕਿਸੇ ਨੇ, ਭਾਵੇਂ ਕਿਤਨੀ ਹਉਮੈ ਹੋ ਜਾਵੇ। ਸਾਡੇ ਮਨ 'ਚ ਹੈ ਕਿ ਮੇਰਾ ਨਾਮ ਹੋਵੇ,
मेरी इतनी उम्र हो गई, मैं इतना पढ़िया लिखिया। पातशाह कहते रब जी पर तुहाडी मेहर होनी चाहिए पातशाह। जे तिस तिस कहते वाहिगुरू, जे तिस नज़र ना आवई, ये रब की नज़र विच नहीं आया तो किसी ने बात नहीं पूछनी बंदिया तेरी। कीटा अंदर कीट कर दोषी दोष धरे। वो बंदा कैसा है? आप सारे देखते होने किसी थां ते कोई जी मर जाए या आटा खराब हो जाए, आम तरह आटा खराब हो जाता है, सौखी जी मिसाल, ਉਹਨੂੰ 1-2 दिन पे रहना, कितने कीड़े पैदा हो गए, कुरकुर करते कीड़े 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 कीड़े। ਹੁਣ ਪੁੱਛੋ ਉਹਨੂੰ कीड़िया ਨੂੰ, ਉਹ ਬੰਦਿਆ ਤੇਰਾ कीड़े की नाम है तेरा? वो कहेगा मेरे वर्गे का बड़े कीड़े है ना। ते ऐसे बंदे वो कीड़े खालसा जी, इतनी उम्र भी, इतना बड़ा नाम भी, इतने बड़े राजे भी, ते की बन गए कीटा अंदर कीट कर। रब ने उन्होंने कीड़े में कीड़े बनाता। चलो भाई दोषी दोष धरे ते वो दोषियां नूं उन्हां दे सीस ते रब कहते दोषी हन, हंकारी हन, ये सुचंगे नहीं हना। नानक निर्गुण गुण करे गुणवंत्या गुण दे। धन गुरु नानक पातशाह कहते परमात्मा कैसा है? वो वाहिगुरु निर्गुण आरियां नूं भी गुण दे दिंदा है। खालसा मैं निर्गुण आरे को गुण नाही, आपे तरस प्योई। वाहिगुरु जिहदे कोल कोई भी गुण नहीं ना, सच्ची गल है, उन्होंने रब गुण दे दिंदा है। बस जिहड़ा कहे ना महाराज मैं कुछ नहीं जानता, और निमरता वालियां नूं वाहिगुरु गुण दे दिंदा है। गुणवंतिया जिन्हां कोल गुण होण ते उन्हां नूं वाहिगुरु होर गुण दे दिंदा है। जाओ भाई तुरी अवस्था प्राप्त करो। तेहा कोय न सुझई जे तिस गुण कोय करे। वाहिगुरु जी तुहाडे वर्गा सानू कोई सुझदा ही नहीं, सुझदा ही नहीं। जे तिस गुण कोई करे, जेड़ा कोई तुहानू गुण दे सके, कोई है ही नहीं। वाहिगुरु वर्गा है जेड़ा खालसा जीओ निर्गुण आरियां नूं भी गुण दे जांदा है, पापियां नूं भी बख्शिश करी जांदा है। सुनिया सिद्ध पीर सुरनाथ। हुण आ गई सुनन दी गल। सुनना की हुंदा है? इत्थे सुनन दी महिमा आ रही है। सुनना ये होता है अद्धे मिनट अपने मुख तो कोई शब्द बोलो, समझ लो बोलिया वाहिगुरु, असी बोल के छड़ देंगे, नाल ही साडे कन्नां ने इहनूं कैच करना है, पकड़ना है। फिर कंन दी सुरती जुड़ी है मन दे नाल, मन उहनूं संकल्प विकल्प करेगा की है। एकदम मन ने भेजा बुद्धि को, बुद्धि देख के की है, बुद्धि कहेगी ये वाहिगुरु नाम है, ते बुद्धि कहेगी चित्त इहनूं तू अपने कोल रख। ते चित्त कहते जिथे अंदर वाहिगुरु 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 चित्त आवे, जिथे उथे वस गया उहनूं कहते सुनिया। अंदर वसना चाहिए। वाहिगुरु अंतश करते चित्त में जाके फिर अंदर खालसा जिथे रब दा वास है ना, उथे जो चला गया ਉਹਦਾ ਸੁਣਿਆ ਸਫਲਾ है। ਤੇ ਉਹ ਸੁਣਨ ਦੀ ਮਹਿਮਾ ਬਿਆਨ ਕਰਦੇ ਹਨ। ਸੁਣਿਆ ਸਿੱਧ ਪੀਰ ਸੁਰਨਾਥ, ਸਿੱਧ ਵੱਡੇ ਵੱਡੇ ਸਿੱਧ ਹੋਏ, ਪੀਰ ਜਿਹੜੇ ਕਹਿ ਲੋ ਇਹ ਵੱਡੇ ਵੱਡੇ ਪੀਰ ਮਹਾਤਮਾ ਬਜ਼ੁਰਗ ਹੋਏ। ਪੀਰ ਕਹਿੰਦੇ ਵੱਡੇ ਨੂੰ, ਬਜ਼ੁਰਗ ਜਿਹੜਾ ਸਿਆਣਾ ਹੋਵੇ। ਸੁਰ ਦੇਵਤਾ ਤੇ ਨਾਥ ਜਿਹੜੇ ਇਹ ਨਾਥ ਹੋਏ ਖਾਲਸਾ ਜੀ, मशिंदर नाथ वर्गे, गोरखनाथ वर्गे, ये बड़े करने वाले ने। ये किवें बने? इन्हां ने रब दी महिमा नूं सुनिया खालसा जी, एवें नहीं बने। एवें कोई गोरखनाथ वरजेगा? गोरखनाथ ने कदी नहीं निरादर किया गुरु नानक पातशाह ने। पूरा इतिहास सुन लेना, गुरु नानक प्रकाश जन्म साखी पढ़ लेना। गोरखनाथ ने कदी नहीं आख्या कि गुरु नानक महाराज गलत हैं, कहते नहीं गुरु नानक महाराज परमेश्वर हैं। गोरखनाथ ने सुनिया है तां गोरखनाथ बन गया। उन्हां पीरां ने सुनिया पीर मुरीदा पीर हरी गावण प्रभाती,
ਉਹ ਪੀਰ ਜਿਹੜੇ ਕਰਨੀ ਵਾਲੇ ਸੰਤ ਮਹਾਤਮਾ ਹੋਏ, ਉਹ ਸੁਣ ਕੇ ਹੀ ਰੱਬ ਦੇ ਨਾਮ ਦੀ ਮਹਿਮਾ ਨੂੰ ਕਿਤਨੇ ਵੱਡੇ ਬਣ ਗਏ। ਸੁਣਿਆ ਧਰਤ ਧਵਲ ਆਕਾਸ, ਧਰਤੀ ਦੇ ਜੀਵ, ਧਵਲ ਕੀ ਹੈ? ਧਵਲ, ਧਵਲ ਕੀ ਹੈ? ਧੌਲ, ਬਲਦ। ਉਹ ਬਲਦ ਹੈ ਧਰਮ। ਧਰਮ ਰੂਪੀ ਜਿਹੜੀ ਧਰਤੀ ਹੈ ਖਾਲਸਾ ਜੋ ਟਿਕੀ ਹੋਈ ਹੈ ਨਾ, ਇਹ ਕੀ ਹੈ? ਸਹਿਜ ਅਵਸਥਾ। ਆਖੋ ਸਤਿਨਾਮ। ਧਰਤੀ ਦਾ ਪ੍ਰਤੀਕ ਹੈ ਸਹਿਜ ਅਵਸਥਾ। ਕਿ ਸਹਿਜ ਅਵਸਥਾ ਵੀ ਤਾਂ ਹੀ ਆਉਂਦੀ ਜਿਹੜਾ ਰੱਬ ਦੇ ਨਾਮ ਦੀ ਮਹਿਮਾ ਨੂੰ ਸੁਣਦਾ ਹੈ। ਸੁਣਿਆ ਧਰਤ ਧਵਲ ਆਕਾਸ਼, ਆਕਾਸ਼ ਵਰਗੀ ਵਿਸ਼ਾਲਤਾ ਵੀ ਤਾਂ ਹੀ ਆਉਂਦੀ ਹੈ। ਆਕਾਸ਼ ਵਿਸ਼ਾਲ ਹੈ ਨਾ, ਤੇ ਆਕਾਸ਼ ਵਰਗੀ ਵਿਸ਼ਾਲਤਾ ਵੀ ਤਾਂ ਹੀ ਆਉਂਦੀ ਹੈ। ਬੰਦੇ ਦਾ ਦਿਲ ਉਤਨਾ ਖੁੱਲਾ ਹੋ ਜਾਂਦਾ ਦਾਨ ਕਰਨ ਨੂੰ, ਜਿਹੜਾ ਰੱਬ ਦੀ ਨਾਮ ਦੀ ਮਹਿਮਾ ਨੂੰ ਸੁਣਦਾ ਹੈ। ਸੁਣਿਆ ਦੀਪ ਲੋ ਪਾਤਾਲ, ਦੀਪਾਂ ਦੇ, ਲੋਹਾਂ ਦੇ, ਪਤਾਲਾਂ ਦੇ ਜਿਤਨੇ ਜੀਵ ਹਨ, ਉਹ ਸਾਰੇ ਰੱਬ ਦੇ ਨਾਮ ਦੀ ਮਹਿਮਾ ਨੂੰ ਸੁਣਦੇ। ਬੰਦੇ ਤੂੰ ਨਹੀਂ ਸੁਣਦਾ, ਬਾਕੀ ਸਾਰੇ ਸੁਣ ਰਹੇ ਆ। ਦੀਪ ਲੋ ਪਾਤਾਲ, ਇਹ ਸਾਰੇ ਹੀ ਖਾਲਸਾ ਜੀ ਜਿਤਨੇ ਜੀਵ ਇਹਨਾਂ ਸੰਤ ਮਹਾਤਮਾ ਬੈਠੇ ਨਾ ਵੱਡੇ ਵੱਡੇ, ਉਹ ਸਾਰੇ ਰੱਬ ਦੇ ਨਾਮ ਦੀ ਮਹਿਮਾ ਨੂੰ ਸੁਣ ਰਹੇ ਹਨ। ਸੁਣਿਆ ਉਹ ਨ ਸਕੈ ਕਾਲ, ਤੇ ਸੁਣ ਕੇ ਵੱਡੇ ਬਣ ਗਏ। ਤੇ ਮਨਾ, ਜੇ ਤੂੰ ਰੱਬ ਦਾ ਨਾਮ ਸੁਣੇਗਾ, ਉਹੇ ਨਾ ਸਕੈ ਕਾਲ, ਤੈਨੂੰ ਮੌਤ ਨਹੀਂ ਤੰਗ ਕਰੇਗੀ। ਅੱਗੋ ਸਤਿਨਾਮ। ਮੌਤ ਦਾ ਡਰ ਸਭ ਨੂੰ ਤੰਗ ਕਰਦਾ ਹੈ, ਪਰ ਜਿਹੜਾ ਨਾਮ ਸੁਣਦਾ ਹੋਵੇ, ਵਾਹਿਗੁਰੂ 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 ਵਾਹਿਗੁਰੂ, ਸੁਣਿਆ ਉਹੇ ਨਾ ਸਕੈ ਕਾਲ। ਇਹਨੂੰ ਪੋਲਾ ਬੋਲਣਾ, ਸੁਣਿਆ, ਉਚਾਰਨ ਵੀ ਨਾਲ ਨਾਲ ਸੁਣਿਆ। ਸੁਣਿਆ ਉਹੇ ਨਾ ਸਕੈ ਕਾਲ, ਉਹਨੂੰ ਕਾਲ, ਮੌਤ, ਦੁੱਖ, ਤਕਲੀਫਾਂ ਤੰਗ ਨਹੀਂ ਕਰ ਸਕਦੀਆਂ। ਨਾਨਕ ਭਗਤਾ ਸਦਾ ਵਿਗਾਸ, ਗੁਰੂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਗਤਾਂ ਦੇ ਹਿਰਦੇ ਹਮੇਸ਼ਾ ਹੀ ਖੇੜਾ ਰਹਿੰਦਾ ਹੈ। ਖੇੜਾ ਕਿਉਂ ਰਹਿੰਦਾ ਹੈ? ਸੁਣੀਏ ਜੀ। ਸੁਣਿਆ ਦੁਖ ਪਾਪ ਕਾ ਨਾਸ, ਕਿਉਂਕਿ ਉਹ ਨਾਮ ਨੂੰ ਸੁਣਦੇ ਹਨ। ਨਾਮ ਨੂੰ ਸੁਣ ਕੇ ਪਹਿਲਾਂ ਪਾਪ ਖਤਮ, ਜਿੱਥੇ ਪਾਪ ਖਤਮ ਉੱਥੇ ਦੁੱਖ ਖਤਮ। ਖਾਲਸਾ ਜੀ, ਜਿੱਥੇ ਦੁੱਖ ਖਤਮ ਹੋ ਗਏ, ਆਪਣੇ ਆਪ ਖੇੜਾ ਆਵੇਗਾ ਅੰਦਰ। ਜਿਹਦੇ ਅੰਦਰ ਦੁੱਖ ਹੋਣ ਨਾ, ਤੇ ਬੰਦੇ ਨੂੰ ਦੁੱਖ ਹੀ ਚੁੱਭਦਾ ਰਹਿੰਦਾ ਅੰਦਰ। ਖਾਲਸਾ ਪਾਪ ਹੀ ਚੁੱਭਦਾ ਰਹਿੰਦਾ। ਜਿੱਥੇ ਦੁੱਖ ਪਾਪ ਖਤਮ, ਉੱਥੇ ਆਪਣੇ ਆਪ ਆਨੰਦ ਆਵੇਗਾ। ਸੁਣਿਆ ਈਸ਼ਰ ਬਰਮਾ ਇੰਦ, ਬਸ 2-4 ਮਿੰਟ ਹੋਰ, 1-2 ਪੌੜੀਆਂ ਬਸ। ਖਾਲਸਾ ਸਮਾਂ ਸਕੋਚਵਾ ਹੈ, ਕਿਉਂਕਿ ਖਾਲਸਾ ਜੀ ਉਹ 38 ਪੌੜੀਆਂ ਤੇ ਇੱਕ ਸਰੋਤ ਹੈ, ਇਸ ਕਰਕੇ ਬਹੁਤਾ ਟਾਈਮ ਵੀ ਨਹੀਂ। ਸੁਣਿਆ ਈਸ਼ਰ ਬਰਮਾ ਇੰਦ, ਈਸ਼ਰ ਜੋ ਖਾਲਸਾ ਜੀ शिव जी है, ब्रह्मा ब्रह्मा है, ते इंद्र इंद्र देवता है। इतनी उच्ची पदवी ते किथे पहुंचे? शिव जी को सारी दुनिया पूजती हिंदुस्तान की, पर खालसा जी वो किथे पहुंचे? ये नहीं भी शिव जी वर्गा बढ़ जाना है, असी नाम नूं सुनना है। बस नाम नूं सुन के, खालसा गुरु की महिमा सुन के, भाई ये सारे सुन के बड़े हुए। ईश्वर बर्मा इंद्र इन्हां ने नाम की महिमा नूं सुनिया, ये बड़े बन गए। सुनिया मुख सालाहन मंद, जिन्हां दे मुख मंद सन, मंद कहते तुच्छ मुख, जिन्हां नूं ज्ञान नहीं सी, जिन्हां को पूजा नहीं करता सी, ते उन्हां दी वडियाई होण लगी वाल्मीकि ऋषि वर्गे। खालसा जी मुख सलाहन मंद, वो भी मुख वाहिगुरु की वडियाई करने वाले बन गए। सुनिया जोग जुगत तान भेद, तन भेद, शरीर के अंदर जिहड़ा भेद है ना, रहस अंदर की है, हाड़ मास नाड़ी को पिंजर। अगली पंक्ति देखना, पंखी वसै विचारा, वो पंखी का भेद कौन जानेगा? जिहड़ा नाम की महिमा नूं सुनेगा, उहनूं सब अंदर आत्मा वसती है, परमात्मा वसता है। जो सुन लिया ना, जोग जुगत, उन्हें जुड़न की जुगती मिल गई। बस ये जुड़न की जुगती है। सुने जोग जुगत तन भेद वाहिगुरु